ਜੀ ਫਸਟ ਵੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਵਰਨਜੀਤ ਸਿੰਘ। ਸੋ ਅਸੀਂ ਅੱਜ ਸਾਹਨੇਵਾਲ ਦੇ ਵਿੱਚ ਜੰਗੀਰ ਸਿੰਘ ਦਰਦ ਜੋ ਕਿ ਮੌਕੇ ਦੇ ਰਾਜ ਸਭਾ ਦੇ ਮੈਂਬਰ ਨੇ, ਸੋ ਉਹਨਾਂ ਦੇ ਦਮਾਦ ਬਚਿੱਤਰ ਸਿੰਘ ਦਰਦ ਦੇ ਨਾਲ ਅੱਜ ਵਿਸ਼ੇਸ਼ ਮੁਲਾਕਾਤ ਕਰਾਂਗੇ। ਸੋ ਆਓ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਮੁਲਾਕਾਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਫਸਟ ਵੇ ਚੈਨਲ ਵਾਲਿਆਂ ਦਾ, ਜਿਨ੍ਹਾਂ ਨੇ ਇਹ ਮੈਨੂੰ ਮੌਕਾ ਦਿੱਤਾ ਅਤੇ ਆਪ ਆ ਕੇ ਮੇਰੇ ਨਾਲ ਸੰਪਰਕ ਸਾਧਿਆ ਅਤੇ ਮੈਂ ਪਰਿਵਾਰ ਬਾਰੇ ਅਤੇ ਕਾਂਗਰਸ ਪਾਰਟੀ ਬਾਰੇ ਕੁਛ ਨਾ ਕੁਛ ਜਿੰਨਾ ਕੁ ਕੁਛ ਮੇਰੇ ਸਮਝ ਅਨੁਸਾਰ ਦੱਸਣਾ ਚਾਹੁੰਦਾ ਮੈਂ, ਉਹ ਇਹਨਾਂ ਨਾਲ ਵਿਚਾਰ ਸਾਂਝੇ ਜ਼ਰੂਰ ਕਰਨੇ ਸੀ। ਹਾਂਜੀ, ਸੋ ਸਭ ਤੋਂ ਪਹਿਲਾਂ ਜੀ ਆਪ ਜੀ ਜਿਸ ਤਰ੍ਹਾਂ ਕਿ ਤੁਹਾਡੇ ਫਾਦਰ ਸਾਹਿਬ ਯਾਨੀ ਕਿ ਜਿਹੜੇ ਕਿ ਸਹੁਰਾ ਸਾਹਿਬ ਨੇ ਕਿ ਜੋ ਜੰਗੀਰ ਸਿੰਘ ਦਰਦ ਜਿਹੜੇ ਕਿ ਮੈਂਬਰ ਰਾਜ ਸਭਾ ਦੇ MP ਵੀ ਰਹੇ ਨੇ ਔਰ MLA ਵੀ ਰਹੇ ਨੇ, ਸੋ ਉਹਨਾਂ ਦੇ ਨਾਲ ਤੁਹਾਡੀ ਜਿਹੜੀਆਂ ਕਿ ਜ਼ਿੰਦਗੀਆਂ ਦੇ ਵਿੱਚ ਤੁਸੀਂ ਕਾਫੀ ਉਹਨਾਂ ਦਾ ਸਾਥ ਦਿੱਤਾ। ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਾਂਗੇ ਕਿ ਤੁਹਾਡੀ ਆਪਣੀ ਜ਼ਿੰਦਗੀ ਬਾਰੇ ਕੁਝ ਪਲ ਜਿਹੜੇ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ। ਮੈਂ ਜੰਗੀਰ ਸਿੰਘ ਦਰਦ, ਮੈਂ ਉਹਨਾਂ ਦਾ ਦਮਾਦ, ਜਿਵੇਂ ਤੁਸੀਂ ਦੱਸਿਆ ਹੀ ਹੈਗਾ। ਮੈਂ ਪਹਿਲਾਂ ਬੈਂਕ ਦੇ ਵਿੱਚ ਜੋਬ ਕਰਦਾ ਸੀ, ਪੰਜਾਬ ਨੈਸ਼ਨਲ ਬੈਂਕ ਦੇ ਵਿੱਚ। ਉਦੋਂ ਹੀ ਮੇਰਾ ਵਿਆਹ ਹੋਇਆ ਸੀ। ਲੇਕਿਨ ਕੁਛ ਜਦੋਂ ਇਹਨਾਂ ਉੱਧਰਲੇ ਪੋਲੀਟੀਕਲ ਪਰਿਵਾਰ ਸੀਗਾ, ਬਹੁਤ ਵੱਡਾ ਪਰਿਵਾਰ ਸੀਗਾ, ਇਹਨਾਂ ਦੇ ਘਰ ਦੇ ਵਿੱਚ ਕੁਛ ਮਿਸ ਹੈਪਨਿੰਗ ਹੋਈਆਂ। ਮਿਸ ਹੈਪਨਿੰਗ ਤੋਂ ਮਤਲਬ ਇਹਨਾਂ ਦੇ 2 ਬੇਟੇ ਸੀ, 2 ਐਕਸਪਾਇਰ ਹੋ ਗਏ। ਪਰ ਜਦੋਂ ਦੂਜਾ ਬੇਟਾ ਐਕਸਪਾਇਰ ਹੋਇਆ, ਉਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਮੈਨੂੰ ਕੁਛ ਨਾ ਕੁਛ ਇਹਨਾਂ ਵਾਸਤੇ ਇਹਨਾਂ ਦੇ ਨਾਲ ਰਹਿ ਕੇ ਕੁਛ ਬੋਝ ਹਲਕਾ ਕਰਨਾ ਚਾਹੀਦਾ ਨਾਲ ਰਹਿ ਕੇ। ਔਰ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਮੇਰੇ ਨਾਲ ਹੀ ਰਹਿ, ਠੀਕ ਹੈ। ਜਿੱਥੇ ਵੀ ਕਿਤੇ ਜਾਣਾ, ਅਤੇ ਪਹਿਲਾਂ ਤਾਂ ਕੁਛ ਟਾਈਮ ਕੱਢ ਕੇ ਮੈਂ ਜਾਂਦਾ ਰਹਿੰਦਾ ਸੀ, ਪਰ 2000 ਦੇ ਵਿੱਚ ਫਿਰ ਮੈਂ ਉਹਨਾਂ ਨਾਲ ਸਲਾਹ ਕਰਕੇ VRS ਲੈ ਲਈ। VRS ਤੋਂ ਮਤਲਬ ਵਲੰਟਰੀ ਰਿਟਾਇਰਮੈਂਟ ਸਕੀਮ ਹੁੰਦੀ ਸਾਡੇ, ਉਹ ਲੈ ਕੇ ਫਿਰ ਮੈਂ ਪੱਕੇ ਤੌਰ 'ਤੇ ਇਹਨਾਂ ਨਾਲ ਰਹਿਣਾ ਸ਼ੁਰੂ ਕਰਤਾ। ਅਤੇ ਜਿੱਥੇ ਵੀ ਕਿਤੇ ਜਾਂਦੇ ਸੀ, ਕਿਸੇ ਵੱਡੇ ਥਾਵਾਂ ਦੇ ਉੱਤੇ, ਪੋਲੀਟੀਕਲ ਥਾਂ ਦੇ ਉੱਤੇ, ਜਾਂ ਕਿਸੇ ਵੱਡੇ ਲੀਡਰ ਦੇ ਕੋਲ ਜਾਂਦੇ ਸੀ, ਤਾਂ ਮੈਂ ਇਹਨਾਂ ਨਾਲ ਹਰ ਟਾਈਮ ਸਾਥ ਦਿੰਦਾ ਸੀ। ਰਹੀ ਗੱਲ ਇਹਨਾਂ ਕੋਲ ਸਿੱਖਣ ਦੀ ਤਾਂ ਉਹ ਇੱਕ ਕਿਤਾਬ ਸੀਗੇ ਆਪਣੇ ਆਪ ਦੇ ਵਿੱਚ। ਉਹਨਾਂ ਦੇ ਲਾਈਫ ਪ੍ਰਤੀ ਕਿਤੇ ਫਿਰ ਇੰਟਰਵਿਊ ਹੋਈ ਤਾਂ ਆਪਾਂ ਕਰਾਂਗੇ। ਪਰ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਜੋ ਕੁਛ ਉਹ ਮੈਨੂੰ ਸਿਖਾ ਕੇ ਗਏ ਨੇ, ਮੈਂ ਉਸ ਹਿਸਾਬ ਬਹੁਤ ਕੋਸ਼ਿਸ਼ ਕਰ ਰਿਹਾ ਵੀ ਉਹ ਜਿਵੇਂ ਕੁਛ ਨਾ ਕੁਛ ਸਿੱਖਿਆ ਹੋਇਆ ਕੁਛ ਕਹਿ ਸਕਾਂ। ਅਤੇ ਲੋਕਾਂ ਦੇ ਨਾਲ ਵਿਚਰ ਕੇ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਵੀ ਮੈਂ ਉਹਨਾਂ ਦੇ ਦਿੱਤੇ ਰਾਹਾਂ 'ਤੇ ਚੱਲਦਾ। ਰਹੀ ਗੱਲ ਵੀ ਕਾਂਗਰਸ ਪਾਰਟੀ ਦੇ ਹਿਸਾਬ ਨਾਲ, ਜਿਹੜੀ ਸਾਡੀ ਕਾਂਗਰਸ ਪਾਰਟੀ ਆ, ਇਹ ਬਹੁਤ ਵੱਡੀ ਜਮਾਤ ਆ। ਇਹਦੇ ਵਿੱਚ ਵੱਡੇ ਲੀਡਰ ਆਏ, ਵੱਡੇ ਲੀਡਰ ਚਲੇ ਵੀ ਗਏ। ਲੇਕਿਨ ਜੇ ਇਸ ਚੀਜ਼ ਨੂੰ ਅਸੀਂ ਹੁਣ ਥੋੜ੍ਹਾ ਜਿਹਾ ਜੋੜ ਕੇ ਦੇਖੀਏ, ਜਿਵੇਂ ਹੁਣੇ ਹੀ ਸਾਡੇ ਲੋਕਲ ਬਾਡੀ ਦੀਆਂ ਚੋਣਾਂ ਹੋ ਕੇ ਹਟੀਆਂ ਹੈਗੀਆਂ ਨੇ, ਤਾਂ ਹੁੰਝਾ ਫਿਰ ਜਿੱਤ ਪ੍ਰਾਪਤ ਕੀਤੀ ਉਹਨੇ ਪੰਜਾਬ ਦੇ ਵਿੱਚ। ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਸਾਹਨੇਵਾਲ 'ਤੇ ਆ ਕੇ ਸਾਡੀ ਥੋੜ੍ਹੀ ਜਿਹੀ ਢਿੱਲੀ ਹੋ ਗਈ ਕਾਰਗੁਜ਼ਾਰੀ। ਉਹਦਾ ਸਾਰੇ ਪੰਜਾਬ ਦੇ ਵਿੱਚ ਤਾਂ ਵਿਆਹ ਵਰਗਾ ਮਾਹੌਲ ਬਣਿਆ। ਸਾਰੇ ਕੰਸਟੀਚੁਐਂਸੀਆਂ ਵਿੱਚ ਕੀ ਜਿੱਥੇ ਵੀ ਸੀ, ਸਾਡੀ ਵੀ ਮੇਰੇ ਦੋਸਤ ਨਾਲ ਡਿਊਟੀ ਲੱਗੀ ਸੀਗੀ ਨਾਲ, ਅਤੇ ਸਮਾਣੇ ਅਸੀਂ ਸੀਗੇ, ਉੱਥੇ ਵੀ ਹੁੰਝਾ ਫਿਰ ਜਿੱਤ ਪ੍ਰਾਪਤ ਕੀਤੀ ਹੈਗੀ ਆ, ਅਤੇ ਬੜੀ ਪਲੈਨਿੰਗ ਨਾਲ ਇਲੈਕਸ਼ਨ ਲੜੇ ਗਏ ਨੇ। ਜੇ ਹੁਣ ਗੱਲ ਕਰੀਏ ਸਾਹਨੇਵਾਲ ਕੰਸਟੀਚੁਐਂਸੀ, ਜਿਹੜੀ ਸਾਹਨੇਵਾਲ ਦੀ ਕੰਸਟੀਚੁਐਂਸੀ ਹੈ ਨਾ, ਇਹ ਜਿਕੂ ਹੁਣ 3 ਇਲੈਕਸ਼ਨ ਹੋ ਚੁੱਕੇ ਨੇ। ਇੱਥੇ ਕੋਈ ਇਲੈਕਸ਼ਨ ਅਸੀਂ MLA ਦੇ ਤੌਰ 'ਤੇ ਅਸੀਂ ਇਲੈਕਸ਼ਨ ਨਹੀਂ ਕੋਈ ਜਿੱਤ ਸਕੇ। ਲੇਕਿਨ ਇਹਦੇ ਵਿੱਚ ਨਾ ਜਿੱਤਣ ਦੇ ਵਿੱਚ ਕਈ ਕਾਰਨ ਨੇ, ਇੱਕ ਕਾਰਨ ਨਹੀਂ ਕਈ ਕਾਰਨ ਨੇ। ਪਹਿਲਾਂ ਤਾਂ ਸਾਡੇ ਵਿੱਚ ਆਪਸ ਵਿੱਚ ਹੀ ਤਾਲਮੇਲ ਦੀ ਬਹੁਤ ਕਮੀ ਹੈਗੀ ਹੈ। ਤਾਲਮੇਲ ਦੀ ਕਮੀ ਤੋਂ ਅਸੀਂ ਇਹ ਕਹਿੰਦੇ ਵੀ ਜਿੰਨੇ ਵੀ ਇੱਥੇ ਦੇ ਕਾਂਗਰਸ ਦੇ ਲੀਡਰ ਸਾਹਿਬਾਨ ਕਹੂੰਗਾ, ਮੈਂ ਤਾਂ ਸੀਨੀਅਰ ਲੀਡਰ ਸਾਹਿਬਾਨ ਕਹੂੰਗਾ ਉਹਨਾਂ ਸਾਰਿਆਂ ਨੂੰ, ਜਿਨ੍ਹਾਂ ਦੀ ਹਰ ਇੱਕ ਦੀ ਲੀਡਰ ਦੀ ਖੁਆਹਿਸ਼ ਤਾਂ ਹੁੰਦੀ ਹੈ ਵੀ ਮੈਂ ਵੱਡਾ ਬਣਾ, ਮੈਂ MLA ਬਣਾ, ਮੈਂ ਇਹ ਕਰਾਂ, ਹਰ ਇੱਕ ਦੀ ਹੋਣੀ ਚਾਹੀਦੀ ਹੈ, ਹਰ ਇੱਕ ਦੇ ਮਨ 'ਚ ਹੁੰਦੀ ਹੈਗੀ ਹੈ। ਪਰ ਕੋਈ ਵੀ ਕਿਸੇ ਦੀ ਵੀ ਇਹੀ ਹਿਸਟਰੀ ਵੀ ਇਹੀ ਕਹਿੰਦੀ ਹੈਗੀ ਹੈ ਵੀ ਜਿੱਥੇ ਵੀ ਕੰਸਟੀਚੁਐਂਸੀ ਵਿੱਚ ਅਸੀਂ ਜਾਂਦੇ ਹਾਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਜਿੱਥੇ ਤਾਲਮੇਲ ਠੀਕ ਬਹਿ ਜਾਂਦਾ, ਜਿੱਥੇ ਉੱਥੋਂ ਦੇ ਉਸ ਪਾਰਟੀ ਦੇ ਜਿਹੜੇ ਵਰਕਰ ਨੇ, ਲੀਡਰ ਸਾਹਿਬਾਨ ਨੇ, ਤਾਲਮੇਲ ਨਾਲ ਇਲੈਕਸ਼ਨ ਲੜ ਰਹੇ ਨੇ, ਫਿਰ ਤਾਂ ਉਹਨਾਂ ਦੀ ਜਿੱਤ ਯਕੀਨੀ ਹੋ ਜਾਂਦੀ ਹੈ। ਜੇ ਹੁਣ ਸਾਹਨੇਵਾਲ ਕੰਸਟੀਚੁਐਂਸੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੁਛ ਕਮੀਆਂ ਦੇਖਣ ਨੂੰ ਮਿਲ ਰਹੀਆਂ ਨੇ, ਦੋਹਾਂ ਇਲੈਕਸ਼ਨਾਂ 'ਚ ਦੇਖਣ ਨੂੰ ਮਿਲ ਰਹੀਆਂ। ਕਦੇ ਤਾਂ ਇਹ ਰੌਲਾ ਪੈਣ ਲੱਗ ਜਾਂਦਾ ਜੀ ਇਹ ਬਾਹਰਲਾ ਕੈਂਡੀਡੇਟ ਆ ਜੀ, ਇੱਥੇ ਦਾ ਹੋਣਾ ਚਾਹੀਦਾ। ਇੱਥੇ ਦੇ ਕੈਂਡੀਡੇਟ ਨੇ ਵੀ ਇਲੈਕਸ਼ਨ ਲੜ ਕੇ ਦੇਖ ਲਿਆ, ਲੇਕਿਨ ਤਾਲਮੇਲ 'ਚ ਕਮੀ ਹੈ ਸਾਡੇ, ਜਾਂ ਸਾਨੂੰ ਸਮਝਣ 'ਚ ਕਮੀ ਆ ਰਹੀ ਹੈ।
ਤੁਸੀਂ ਕਹਿ ਰਹੇ ਹੋ ਕਿ ਮਤਲਬ ਜਿਹੜਾ ਕਿ ਜੋ ਹੁਣ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਵੀ ਹੋਈਆਂ ਨੇ, ਜਿਸ ਤਰ੍ਹਾਂ ਤੁਸੀਂ ਆਪ ਜੀ ਨੇ ਦੱਸਿਆ ਕਿ ਜਿਹੜੇ ਪੰਜਾਬ ਦੇ ਵਿੱਚ ਕੌਂਸਟੀਟਿਊਸ਼ਨ ਜੋ ਤਾਲਮੇਲ ਦੀ ਜੋ ਸਾਨੇਵਾਲ ਦੇ ਵਿੱਚ ਕਮੀ ਰਹੀ ਹੈ, ਸੋ ਉਸ ਦੇ ਰਿਲੇਟਡ ਕਿ ਜਿਹੜੀ ਕਿ ਹੁਣ ਜਿਮਣੀ ਚੋਣਾਂ ਵੀ ਹੋਈਆਂ ਨੇ ਨਗਰ ਨਿਗਮ ਦੀਆਂ, ਆਪਣੇ ਵਾਰਡ ਨੰਬਰ 6 ਦੇ ਵਿੱਚ ਵੀ ਜੋ ਆਪਣੇ ਕੈਂਡੀਡੇਟ ਖੜ੍ਹੇ ਨੇ ਕਾਂਗਰਸ ਦੇ, ਜੋ ਮਤਲਬ ਬਹੁਤ ਬੁਰੀ ਤਰ੍ਹਾਂ ਜਿਹੜੇ ਹਾਰੇ ਨੇ, ਸੋ ਉਹਨਾਂ ਦੇ ਮਤਲਬ ਤੁਸੀਂ ਰਿਲੇਟਡ ਜੋ ਤੁਸੀਂ ਹੁਣ ਕਿਹਾ ਵੀ ਤਾਲਮੇਲ, ਸੋ ਉਹਨਾਂ ਦੇ ਰਿਲੇਟਡ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਮਤਲਬ ਇਸ ਚੀਜ਼ ਨੂੰ ਕਿ ਵੀ ਕਿਸ ਨਜ਼ਰ ਨਾਲ ਤੁਸੀਂ ਦੇਖਦੇ ਹੋ ਕਿ ਕਿਸ ਚੀਜ਼ ਦੀ ਜਿਹੜੀ ਕਮੀ ਆ ਉਹ ਰਹੀ ਹੋਊਗੀ? ਇਹਦੇ ਬਾਰੇ ਮੈਂ ਜੇ ਖੁੱਲ੍ਹ ਕੇ ਗੱਲ ਕਰਨਾ ਤਾਂ ਇੱਕ ਤਾਂ ਮੈਂ ਗੱਲ ਖੁੱਲ੍ਹ ਕੇ ਇਹ ਕਹੂੰਗਾ ਵੀ ਪਹਿਲੀ ਤਾਂ ਗੱਲ ਆ, ਇੱਥੇ ਕੋਈ ਇਲੈਕਸ਼ਨ ਹੈ ਹੀ ਨਹੀਂ ਸੀਗਾ। ਇੱਕ ਵਾਰਡ ਦਾ ਇਲੈਕਸ਼ਨ ਸੀ ਜਿਹਦੇ ਵਿੱਚ 700-800 ਵੋਟ ਸੀ। ਉਹਦੇ ਵਿੱਚ ਪਿਛਲੀ ਵਾਰੀ ਜਦੋਂ ਇਲੈਕਸ਼ਨ ਹੋਏ ਸੀਗੇ, ਜਦੋਂ ਜਨਰਲ ਇਲੈਕਸ਼ਨ ਤੋਂ ਮਤਲਬ ਹੈ ਸਾਰੇ ਸਾਨੇਵਾਲ ਦੇ ਇਲੈਕਸ਼ਨ ਹੋਏ ਨੇ, ਉਦੋਂ ਅਸੀਂ ਮੈਜੋਰਟੀ 'ਚ ਜਿੱਤ ਗਏ, ਇਹ ਸੀਟ ਵੀ ਜਿੱਤੀ, ਉਦੋਂ ਅਸੀਂ ਜਿੱਤ ਗਏ। ਹੁਣ ਪੰਜਾਬ ਦੇ ਵਿੱਚ ਗੌਰਮੈਂਟ ਕਾਂਗਰਸੀ ਹੋਵੇ, ਇੱਥੇ ਦਾ ਜਿਹੜਾ ਪ੍ਰਧਾਨ ਆ ਜਾਂ ਸਾਡੀ ਜਿਹੜੀ ਕਮੇਟੀ ਹੈਗੀ ਆ ਉਹ ਕਾਂਗਰਸੀ ਹੋਵੇ, ਇਹ ਸੀਟ ਅਸੀਂ ਕਿਉਂ ਹਾਰ ਗਏ? ਕਿਉਂਕਿ ਅਸੀਂ ਇਹਨੂੰ ਨਾ ਈਗੋ ਦੇ ਚੱਕਰ 'ਚ ਲੈ ਕੇ ਬਹਿ ਗਏ ਵੀ ਜੇ ਜਿੱਤ ਗਏ ਖਾਨੀ ਉਹਦੇ ਨੰਬਰ ਬਣ ਜਾਣਗੇ, ਜੇ ਹਾਰ ਗਏ ਤਾਂ ਉਹਦੇ ਘਟ ਜਾਣਗੇ, ਜਦ ਕਿ ਸਾਨੂੰ ਕਲੈਕਟਿਵਲੀ ਇਹਦੀ ਰਿਸਪੌਂਸਿਬਿਲਟੀ ਲੈਣ ਦੀ ਲੋੜ ਸੀਗੀ। ਓਵਰਆਲ ਤਾਂ ਜਦੋਂ ਸਾਰੇ ਪੰਜਾਬ 'ਚ ਮੈਸੇਜ ਇਹ ਗਿਆ ਹੈਗਾ ਵੀ ਸਾਰੇ ਪੰਜਾਬ ਦੇ ਵਿੱਚ ਅਸੀਂ ਜਿੱਤ ਗਏ, ਲੇਕਿਨ ਇੱਕ ਇਕੱਲੇ ਸਾਨੇਵਾਲ ਵਿੱਚ ਅਸੀਂ ਹਾਰ ਗਏ, ਉਹ ਵੀ ਇੱਕ ਵਾਰਡ ਵਿੱਚ ਹਾਰ ਗਏ, ਉਹ ਵੀ ਉਸ ਵਾਰਡ 'ਚ ਹਾਰ ਗਏ ਜਿੱਥੋਂ ਅਸੀਂ ਜਿੱਤੇ ਸੀਗੇ। ਕਾਰਨ ਕਿੱਡੀ ਵੱਡੀ ਗੱਲ ਸੀਗੀ ਇਹ, ਜੇ ਇੱਥੇ ਸਾਨੇਵਾਲ ਦੇ ਲਾ ਲਓ, ਲੀਡਰ ਲੈ ਲਓ, ਸਾਰੇ MLA ਬਣ ਰਹੇ ਆ, ਸਾਰੇ MLA ਦੀਆਂ ਟਿਕਟਾਂ ਨਹੀਂ ਮੰਗੇ, ਸਾਰੇ ਚਾਹੁੰਦੇ ਵੀ ਔਰ ਬਣਨੇ ਚਾਹੀਦੇ ਹੈਗੇ ਨੇ। ਪਰ ਇਹ ਜਦੋਂ ਉੱਥੇ ਸਵਾਲ ਪੁੱਛਿਆ ਜਾਊਗਾ ਜਾਂ ਉੱਥੇ ਕਹਿਣਗੇ ਵੀ ਤੁਸੀਂ ਭਾਈ ਇਹ ਸੀਟ ਕਿਉਂ ਹਾਰ ਗਏ, ਉੱਥੇ ਹਲਕਾ ਇੰਚਾਰਜ ਦੀ ਵੀ ਬੇਇੱਜ਼ਤੀ ਆ, ਉੱਥੇ ਪ੍ਰਧਾਨ ਦੀ ਵੀ ਬੇਇੱਜ਼ਤੀ ਆ, ਉੱਥੇ ਜਿਹੜੇ ਕੌਂਸਲਰ ਸਾਹਿਬਾਨ ਨੇ ਉਹਨਾਂ ਦੀ ਬੇਇੱਜ਼ਤੀ ਆ, ਮੈਂ ਤਾਂ ਇਹ ਕਹੂੰਗਾ ਵੀ ਸਾਡੀ ਵੀ ਬੇਇੱਜ਼ਤੀ ਹੈ ਵਿੱਚ ਹੀ। ਚਾਹੇ ਸਾਨੂੰ ਐਕਟਿਵਲੀ ਪਾਰਟ ਕੋਈ ਨਹੀਂ ਕਰਨ ਦਿੱਤਾ ਗਿਆ, ਜਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਜੇ ਇਹ ਕੋਲੈਕਟਿਵਲੀ ਇਕੱਠੇ ਹੋ ਕੇ ਬਹਿਣਗੇ ਤਾਂ ਕਿੱਡੀ ਕੁ ਵੱਡੀ ਗੱਲ ਸੀ ਇਹ। ਲੇਕਿਨ ਹੁਣ ਜਿਹੜਾ ਨਮੋਸ਼ੀ ਦਾ ਸਾਨੂੰ ਮੂੰਹ ਦੇਖਣਾ ਪਿਆ, ਜਾਂ ਸਾਨੂੰ ਇਸ ਹਾਰ ਦੇ ਪ੍ਰਤੀ ਸਾਡੇ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ, ਅਸੀਂ ਤਾਂ ਸ਼ਰਮਸਾਰ ਹੋ ਰਹੇ ਹਾਂ। ਸ਼ਰਮਸਾਰ ਸਾਰੀ ਸਾਨੇਵਾਲ ਕੰਸਟੀਚੁਐਂਸੀ ਹੋ ਰਿਹਾ। ਜਦੋਂ ਵੀ ਕੋਈ ਗੱਲ ਕਰਦਾ ਨਾ ਅਕਾਲੀ ਦਲ ਦਾ, ਤਾਂ ਉਹ ਕਹਿੰਦਾ ਯਾਰ ਤੁਹਾਤੇ ਇੱਕ ਸੀਟ ਸੀਗੀ, ਇੱਕ ਵਾਰਡ ਨਹੀਂ ਤੁਹਾਤੇ ਜਿੱਤ ਹੈਗਾ, ਅਦਰਾਹੇ ਚਲ ਜਾਓ, ਖੰਨੇ ਚਲ ਜਾਓ, ਹੋਰ ਥਾਵਾਂ 'ਤੇ ਚਲ, ਜਿੱਥੇ ਵੀ ਕਿਤੇ ਕਹੋ ਉੱਥੇ ਸਾਰਾ ਸਭ ਤੋਂ ਜਿੱਤ ਹੋਈ ਹੈਗੀ ਆ। ਇੱਥੇ ਕੀ ਗੱਲ ਹੋ ਗਈ ਸੀ? ਇੱਥੇ ਇਹੀ ਗੱਲ ਹੋਈ ਆ ਵੀ ਸਾਡੀ ਆਪਸ ਵਿੱਚ ਹੀ ਤਾਲਮੇਲ ਦੀ ਕਮੀ ਹੋਈ ਹੈਗੀ ਆ। ਈਗੋ ਸਿਸਟਮ ਲੈ ਕੇ ਬਹਿ ਗਏ ਸੀ। ਜੇ ਜਿੱਤ ਗਿਆ ਤਾਂ ਉਹਦੇ ਖਾਨੀ ਨੰਬਰ ਬਣ ਜਾਣਗੇ, ਉਹਨੂੰ ਹਰਾ ਦੇਣਾ, ਉਹਨੂੰ ਇਸ ਚੱਕਰ ਦੀਆਂ। ਔਰ ਇਵੇਂ ਜਿਵੇਂ ਜਿਹੜੀ ਹਾਲਤ ਇਸ ਵਾਰਡ ਦੀ ਆ ਜਾਂ ਸਾਨੇਵਾਲ ਪ੍ਰੋਪਰ ਕਮੇਟੀ ਦੀ ਹੈਗੀ ਆ, ਇਹੀ ਹਾਲਤ ਸਾਡੇ ਸਾਰੀ ਕੰਸਟੀਚੁਐਂਸੀ ਦੀ ਹੋਈ ਪਈ ਹੈ। ਜਿਹੜੇ ਵੀ ਹੈਗੇ ਨੇ ਬਲਾਕ ਸੰਮਤੀ ਮੈਂਬਰ ਲਾ ਲਓ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਾ ਲਓ, ਆਪਸ ਵਿੱਚ ਹੀ ਕੋਈ ਤਾਲਮੇਲ ਹੀ ਨਹੀਂ ਬਣਾ ਰਹੇ। ਕੋਈ ਕਿਸੇ ਨੂੰ ਹਲਕਾ ਇੰਚਾਰਜ ਮੰਨਣ ਨੂੰ ਕੋਈ ਤਿਆਰ ਨਹੀਂ। ਜੇ ਕੋਈ ਇੱਥੇ ਦਾ ਪ੍ਰਧਾਨ ਆ, ਕੋਈ ਉਹਨੂੰ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ। ਇਹਦਾ ਕਾਰਨ ਕੀ ਹੈ? ਕਾਰਨ ਇਹੀ ਹੈ ਵੀ ਅਸੀਂ ਤਾਲਮੇਲ ਨਾਲ ਨਹੀਂ, ਅਸੀਂ ਕਾਂਗਰਸ ਪਾਰਟੀ ਨੂੰ ਆਰਗੇਨਾਈਜ਼ ਸਿਸਟਮ 'ਚ ਲੈ ਕੇ ਨਹੀਂ ਚੱਲ ਰਹੇ। ਅੱਗੇ ਇਲੈਕਸ਼ਨ ਹੁੰਦੇ ਸੀ, ਜਦੋਂ ਦਰ ਸਾਹਿਬ ਹੋਣੇ ਹੁੰਦੇ ਸੀ, ਉਹ ਦੱਸਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਵੀ ਜਿੰਨਾ ਚਿਰ ਜਦੋਂ ਟਿਕਟ ਮਿਲਣ ਤੱਕ ਸਾਰੇ ਜ਼ੋਰ ਲਾਓ, ਮੈਨੂੰ ਮਿਲਣਾ ਚਾਹੀਦਾ, ਕੋਈ ਗੱਲ ਨਹੀਂ। ਪਰ ਜਦੋਂ ਟਿਕਟ ਮਿਲ ਗਿਆ, ਉਸ ਤੋਂ ਬਾਅਦ ਇਹ ਹੁੰਦੀ ਹੈ ਵੀ ਜਿਹਨੂੰ ਟਿਕਟ ਮਿਲ ਗਿਆ ਉਹਦੀ ਸਪੋਰਟ ਕਰ ਦਿਓ। ਅਤੇ ਗੌਰਮੈਂਟਾਂ ਬੜਾ ਆਰਾਮ ਨਾਲ ਬਣਦੀਆਂ ਰਹੀਆਂ ਨੇ, ਕੌਂਸਲਾਂ ਦੇ ਪ੍ਰਧਾਨ ਬਣਦੇ ਰਹੇ ਨੇ, ਕਮੇਟੀਆਂ ਦੇ ਪ੍ਰਧਾਨ ਬਣਦੇ ਰਹੇ ਨੇ, ਸਭ ਕੁਛ ਹੁੰਦਾ ਰਿਹਾ। ਹੁਣ ਵੀ ਬਣ ਗਏ, ਜਿੱਥੇ ਤਾਲਮੇਲ ਸਹੀ ਤਰੀਕੇ ਨਾਲ ਰਿਹਾ ਹੈਗਾ। ਜਿੱਥੇ ਵੀ ਜਿਹਨੂੰ ਆਪਾਂ ਕਹਿ ਸਕਦੇ ਵੀ ਆਪਸ ਵਿੱਚ ਹੀ ਡਿਫਰੈਂਸਿਸ ਪੈਦਾ ਹੋ ਗਏ ਨੇ, ਜਿੱਥੇ ਵੀ ਬੇਇਤਫਾਕੀ ਹੋ ਗਈ ਹੈਗੀ ਹੈ, ਉੱਥੇ ਹੀ ਰਿਜ਼ਲਟ ਸਾਡਾ ਨੈਗੇਟਿਵ ਆ ਗਿਆ। ਔਰ ਇਸ ਲਾਸਟ ਈਅਰ ਦੇ ਵਿੱਚ ਖਾਸ ਤੌਰ 'ਤੇ ਜਦੋਂ ਟੋਟਲ ਇਲੈਕਸ਼ਨ ਦੀਆਂ ਤਿਆਰੀਆਂ ਹੁੰਦੀਆਂ ਹੋਣ, ਔਰ ਸਾਡੀ ਪਹਿਲਾਂ ਹੀ ਬਦਨਾਮੀ ਹੋਈ ਹੋਵੇ ਕਿ ਅਸੀਂ ਇਹ ਸੀਟ ਹਾਰੇ ਹੋਏ ਹੈਗੇ ਹਾਂ, ਅਤੇ ਉੱਥੇ ਇੱਕ ਅਸੀਂ ਵਾਰਡ ਵਿੱਚੋਂ ਆ ਕੇ ਹਾਰ ਜਾਈਏ ਔਰ ਹਾਰ ਗਏ, ਤਾਂ ਲਾ ਲਓ ਆਪੇ ਮਹਿਸੂਸ ਕੀ ਹੋਊਗਾ। ਸਾਡੇ ਜਿਹੜੇ ਕਾਂਗਰਸੀ ਵਿੱਚ ਘਰਾਂ 'ਚ ਬੈਠੇ ਨੇ ਜਾਂ ਜਿਹੜੇ ਕਾਂਗਰਸੀ ਹੋਣਗੇ, ਜਦੋਂ ਪੁੱਛਦੇ ਨੇ ਕਹਿੰਦੇ ਯਾਰ ਸਾਨੇਵਾਲ ਯਾਰ ਤੁਸੀਂ ਇੱਕ ਸੀਟ ਸੀ ਉਹ ਵੀ ਹਾਰ ਗਏ। ਇਸ ਵਾਸਤੇ ਇਹ ਸਾਨੂੰ ਥੋੜ੍ਹੀ ਜਿਹੀ ਸਮਝਣ ਦੀ ਲੋੜ ਆ, ਔਰ ਆਪਣੇ ਆਪ ਨੂੰ ਬਕਾਇਦਾ ਔਰ ਉਸੇ ਸਿਸਟਮ 'ਚ ਲਿਆ ਕੇ ਮੁੜ ਤੋਂ ਉਸ ਤਰੀਕੇ ਦੇ ਕਰਨ ਦੀ ਲੋੜ ਹੈਗੀ ਆ। ਗੱਲ ਕੋਈ ਐਡੀ ਨਹੀਂ ਔਖੀ ਹੈਗੀ ਇਹ। ਜਦੋਂ ਇੱਥੇ MP ਦਾ ਇਲੈਕਸ਼ਨ ਗੁਰਚਰਨ ਸਿੰਘ ਗਾਲਬ ਜਿੱਤਿਆ ਸੀਗਾ, ਉਸ ਤੋਂ ਬਾਅਦ ਵੀ ਜਦੋਂ ਹੁਣ ਹੋਏ ਨੇ, ਇਹ ਸੀਟ ਜਿੱਤੀ ਆ ਐਜ਼ ਏ ਅਸੈਂਬਲੀ ਪਾਰਲੀਮੈਂਟ ਦੇ ਥੱਲੇ ਆ ਕੇ ਇਹ ਸੀਟ ਜਿੱਤੀ ਗਈ ਆ। ਪਰ ਜਦੋਂ ਅਸੈਂਬਲੀ ਇਲੈਕਸ਼ਨ ਹੁੰਦਾ, ਉਦੋਂ ਸੀਟ ਅਸੀਂ ਪੂਰੀ ਤਰ੍ਹਾਂ ਹਾਰ ਜਾਂਦੇ ਹੈਗੇ। ਇਸ ਕਰਕੇ ਸਾਡੇ ਤਾਲਮੇਲ ਦੀ ਕਮੀ ਆ, ਅਸੀਂ ਆਪਸ ਵਿੱਚ ਹੀ ਬੇਇਤਫਾਕੀ ਦੇ ਮਾਰੇ ਪਏ ਹੈਗੇ। ਇਹ ਸਾਡੇ ਲਈ ਬਹੁਤ ਜ਼ਰੂਰੀ ਆ
ਕਿ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਨਹੀਂ ਇਸ ਚੀਜ਼ ਨੂੰ ਠੀਕ ਕਰਾਂਗੇ ਤਾਂ ਸਾਨੂੰ ਮਾਯੂਸੀ ਦਾ ਦੇਖਣਾ ਪਊਗਾ। ਹਾਂਜੀ, ਜਿਵੇਂ ਕਿ ਉਹੀ ਹੋ ਗਿਆ ਨਾ, ਜਿਸ ਤਰ੍ਹਾਂ ਕਿ ਹੁਣ ਪੰਜਾਬ ਸਰਕਾਰ ਵੀ, ਕਾਂਗਰਸ ਸਰਕਾਰ ਜਿਹੜੀ ਉਹ ਪੰਜਾਬ ਸਰਕਾਰ ਦੇ ਵਿੱਚ ਵੀ ਹੋਣ ਦੇ ਬਾਵਜੂਦ ਵੀ ਜਿਹੜੀ ਸਾਨੇਵਾਲ ਦੇ ਜਿਹੜੀ ਚਿਮਨੀ ਚੋਣ ਆ ਵੀ ਜਿਹੜੇ ਬੁਰੀ ਤਰ੍ਹਾਂ ਹਾਰ ਰਹੇ ਨੇ। ਸੋ ਹੁਣ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਵੀ ਨੇ, ਚੋਣਾਂ ਹੋਣੀਆਂ ਨੇ 2022 ਦੇ ਵਿੱਚ ਵੀ, ਸੋ ਉਸਦੇ ਨੂੰ ਵੀ ਅਸੀਂ ਇਹੀ ਦੇਖਣਾ ਕਿ ਤੁਸੀਂ ਉਸ ਦੇ ਵਿੱਚ ਕੀ ਤੁਸੀਂ ਚਾਹੁੰਦੇ ਹੋ ਕਿ ਵੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਕਿਸ ਤਰ੍ਹਾਂ ਜਿਹੜਾ ਕਿ ਚੋਣਾਂ ਨੂੰ ਜਿੱਤਿਆ ਜਾ ਸਕੇ, ਕਿ ਤੁਹਾਡਾ ਉਸ ਰਿਲੇਟਡ ਕੀ ਕਹਿਣਾ ਵਾ? ਮੇਰਾ ਤਾਂ ਇਹ ਕਹਿਣਾ ਹੈਗਾ, ਜੇ ਮੈਂ ਹੁਣ ਇਕੱਲਾ ਸਾਨੇਵਾਲ ਕੰਸਟੀਚੁਐਂਸੀ ਦੀ ਗੱਲ ਕਰਾਂ ਤਾਂ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ, ਜਿਹੜੇ ਸਾਡੇ ਕੈਂਡੀਡੇਟ ਸੀ ਜਿੱਤ ਗਏ, ਵੱਡੇ ਮਾਰਜਨ ਨਾਲ ਜਿੱਤ ਗਏ। ਬਲਾਕ ਸੰਮਤੀ ਦੀਆਂ ਨਾਲ ਹੋਈਆਂ, ਉਹ 'ਚ ਵੀ ਅਸੀਂ ਜਿੱਤ ਗਏ। ਸਰਪੰਚੀ ਦੀਆਂ ਹੋਈਆਂ, ਉਹ 'ਚ ਵੀ ਜਿੱਤ ਗਏ। ਫਿਰ ਅਸੀਂ MLA 'ਚ ਕਿਉਂ ਹਾਰਦੇ ਹਾਂ? ਜਾਂ ਤਾਂ ਸਾਡੇ 'ਚ ਕੋਈ ਕਮੀ ਹੈ, ਜਾਂ ਸਾਡੇ ਤਾਲਮੇਲ ਸਿਸਟਮ 'ਚ ਕੋਈ ਕਮੀ ਹੈਗੀ ਹੈ। ਹੁਣ ਵੀ ਅਸੀਂ ਕਰਨੀ, ਜਦੋਂ ਵੀ ਇੱਥੇ ਜਿਵੇਂ ਕੈਪਟਨ ਸਾਹਿਬ ਦੀ ਸਰਕਾਰ ਹੈ ਜਾਂ ਕਾਂਗਰਸ ਦੀ ਤੇ ਕੈਪਟਨ ਸਾਹਿਬ ਦੀ ਸਰਕਾਰ ਹੈ, ਕੈਪਟਨ ਸਾਹਿਬ ਮੁੱਖ ਮੰਤਰੀ ਨੇ, ਉਹ ਜਿਸ ਤਰੀਕਾਂ ਦੀਆਂ ਵੀ ਕੰਮ ਕਰ ਰਹੇ ਨੇ, ਹਦਾਇਤਾਂ ਕਰ ਰਹੇ ਨੇ, ਕੁਛ ਵੀ ਅਸੀਂ ਪਾਲਣ ਕਰ ਲਈਏ ਅਤੇ ਜਿੱਦਾਂ ਦੇ ਰਿਜ਼ਲਟ ਬਾਕੀ ਸਭ 'ਤੇ ਆਉਂਦੇ ਨੇ, ਉੱਦਾਂ ਦੇ ਉਦੋਂ ਵਧੀਆ ਰਿਜ਼ਲਟ ਸਾਨੇਵਾਲ 'ਚ ਆ ਸਕਦੇ ਹੈਗੇ ਨੇ। ਔਰ ਸਾਡੀ ਕੋਸ਼ਿਸ਼ ਵੀ ਇਹੀ ਹੈਗੀ ਹੈ, ਜਿੰਨੀ ਕੁ ਸਾਡੇ ਕੋਲੋਂ ਫੀਡਬੈਕ ਲਈ ਜਾਂਦੀ ਹੈ, ਜਿੱਥੇ ਕਿਤੇ ਵੀ ਸਾਡਾ ਕੋਈ ਡਿਊਟੀ ਲੱਗਦੀ ਆ ਜਾਂ ਸਾਨੂੰ ਪੁੱਛਿਆ ਜਾਂਦਾ, ਜਾਂ ਜਦੋਂ ਸਾਨੂੰ ਮੌਕਾ ਮਿਲਦਾ, ਜਿੱਥੇ ਵੀ ਕਿਤੇ ਵੱਡੇ ਥਾਂ 'ਤੇ ਛੋਟੇ ਥਾਂ 'ਤੇ ਜਿੱਥੇ ਵੀ ਸਾਨੂੰ ਤਾਲਮੇਲ ਕਰਨ ਦਾ ਮੌਕਾ ਮਿਲਦਾ, ਮੈਨੂੰ ਵੀ ਮੁੱਖ ਮੰਤਰੀ ਦਫ਼ਤਰ ਜਾਣ ਦਾ ਮੌਕਾ ਮਿਲਦਾ, ਉੱਥੇ ਪੂਰਾ ਬੈਠਣ ਦਾ ਮੌਕਾ ਮਿਲਦਾ, ਉੱਥੇ ਡਿਸਕਸ ਹੁੰਦੀ ਬਕਾਇਦਾ। ਹੁਣ ਹਰੇ ਤੋਂ ਬਾਅਦ ਵੀ ਉੱਥੇ ਗਏ, ਅਸੀਂ ਉੱਥੇ ਬੈਠੇ ਹਾਂ, ਕੀਤੀ ਹੈ, ਉੱਥੇ ਪੁੱਛਿਆ ਗਿਆ ਸਾਨੂੰ, ਹਾਂ ਬਈ ਕੀ ਗੱਲ ਹਾਰ ਗਏ? ਦੱਸਿਆ ਉੱਥੇ ਜਿਹੜੀ ਗੱਲ ਮੈਂ ਤੁਹਾਡੇ ਚੈਨਲ ਦੇ ਰਾਹੀਂ ਕਹਿ ਰਿਹਾ, ਉੱਥੇ ਵੀ ਕਹੀ ਹੈ ਵੀ ਕੁਛ ਵੀ ਨਹੀਂ ਗੱਲ, ਸਾਡੇ ਬੰਦੇ ਹਟ ਜਾਣ, ਇੱਕ ਦੂਜੇ ਨੂੰ ਮੁਖਾਲਫਤ ਕਰਨੋਂ ਹਟ ਜਾਣ, ਤਾਲਮੇਲ ਠੀਕ ਕਰ ਲੈਣ, ਕਿਸੇ ਨੂੰ ਜਾਣ ਦੀ ਲੋੜ ਨਹੀਂ। ਜਿਹੜੇ ਵਾਰਡ 'ਚ ਇੱਕ ਬੰਦਾ ਖੜਾਇਆ ਉਹ ਜਿੱਤ ਸਕਦਾ ਵਾ। ਇੱਕ ਤਾਂ ਸੀਟ ਟਿਕਟ ਠੀਕ ਦੇ ਦਿਓ, ਪਹਿਲਾਂ ਉਹਨਾਂ ਨਾਲ ਸਲਾਹ ਕਰਕੇ ਦੇ ਦਿਓ, ਦੂਜਾ ਅਸੀਂ ਤਾਲਮੇਲ ਬਣਾ ਕੇ ਅਸੀਂ ਇਲੈਕਸ਼ਨ 'ਚ ਉਹਦੀ ਸਪੋਰਟ ਕਰ ਜਾਈਏ, ਆਰਾਮ ਨਾਲ ਜਿੱਤਦੇ। ਇਸ ਵਾਸਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ, ਇਹ ਵਿਚਾਰਨ ਦੀ ਲੋੜ ਹੈ। ਜੇ ਸਾਨੇਵਾਲ ਕੰਸਟੀਚੁਐਂਸੀ ਜਿੱਤਣੀ ਹੈ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਜਦੋਂ ਅਸੀਂ ਇਹਦੀ ਦੇਖਦੇ ਹਾਂ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਡੇ ਨੇ, ਬਲਾਕ ਸੰਮਤੀ ਮੈਂਬਰ ਸਾਡੇ ਨੇ, ਸਰਪੰਚਾਂ ਦੀ ਚੋਣ ਸਾਡੇ ਹੈਗੇ ਨੇ, ਫਿਰ ਪੰਜਾਬ ਦੀ ਪਰਫਾਰਮੈਂਸ ਦੇ ਤੌਰ 'ਤੇ ਦੇਖੀਏ, ਗਰਾਂਟਾਂ ਆ ਰਹੀਆਂ ਨੇ, ਪਿੰਡਾਂ ਨੂੰ ਦੇ ਰਹੇ ਹਾਂ, ਸਾਰਾ ਸ਼ਿਕਾਰ ਚੱਲ ਰਿਹਾ ਹੈਗਾ। ਉਹ ਸਾਰਾ ਹੋਣ ਦੇ ਬਾਵਜੂਦ ਇਸ ਕੰਸਟੀਚੁਐਂਸੀ ਨੂੰ ਕੁਛ ਏਡੀ ਵੱਡੀ ਗੱਲ ਨਹੀਂ। ਹਾਂ, ਜਿਹੜੀ ਅਸੀਂ ਚਾਹੁੰਦੇ ਹਾਂ, ਚਾਹਤ ਹਰੇਕ ਦੀ ਵੱਡੀ ਹੁੰਦੀ ਹੈ, ਪਰ ਆਪਦੇ ਕੱਦ ਅਨੁਸਾਰ ਜੇ ਚੀਜ਼ ਮੰਗਦੇ ਰਹੋ ਤਾਂ ਮਿਲ ਵੀ ਜਾਂਦੀ ਹੁੰਦੀ ਹੈ, ਔਰ ਮਿਲਣੀ ਚਾਹੀਦੀ ਹੁੰਦੀ ਹੈ। ਸੁਪਨੇ ਰੱਖਣ ਨਾਲ ਇਕੱਲਾ ਕੁਛ ਨਹੀਂ ਹੁੰਦਾ, ਲੇਕਿਨ ਉਹਨਾਂ ਨੂੰ ਪ੍ਰੈਕਟੀਕਲ ਸ਼ੇਪ ਦੇਣ ਵਾਸਤੇ ਤੁਹਾਨੂੰ ਉਸ ਗਰਾਊਂਡ ਲੈਵਲ 'ਤੇ ਜਾ ਕੇ ਕੰਮ ਕਰਨਾ ਪਊ। ਇੱਥੇ ਦੇ ਬੜੇ ਕਾਂਗਰਸੀ ਪੁਰਾਣੇ ਬੈਠੇ ਨੇ, ਜਿਨ੍ਹਾਂ ਨਾਲ ਕਿਸੇ ਨੇ ਤਾਲਮੇਲ ਨਹੀਂ ਕੀਤਾ ਗਿਆ। ਛੋਟੀ ਜਿਹੀ ਗੱਲ ਸੀ, ਤਾਲਮੇਲ ਕਰ ਲੈਂਦੇ, 2-2 4-4 5-5 ਬੰਦਿਆਂ ਨਾਲ ਗੱਲ ਕਰਕੇ, ਪਹਿਲਾਂ ਕੈਂਡੀਡੇਟ ਮੌਕੇ ਕਰ ਲੈਂਦੇ, ਫਿਰ ਵੋਟਾਂ ਮੌਕੇ ਕਰ ਲੈਂਦੇ। ਕੱਲੀਆਂ ਵਟਸਐਪ 'ਤੇ ਫੋਟੋਆਂ ਪਾ ਦੇਣੀਆਂ, ਜਾਂ ਵਟਸਐਪ 'ਤੇ ਇਹ ਲਿਖ ਕੇ ਕਰ ਦੇਣਾ, ਐਂ ਕਰ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ ਜੀ, ਠੀਕ ਨਹੀਂ। ਐਵੇਂ ਨਾ ਇੱਥੇ ਬਦਮਾਸ਼ੀਆਂ ਚੱਲਦੀਆਂ ਹੁੰਦੀਆਂ ਨੇ। ਇਹ ਇੱਥੇ ਡੈਮੋਕ੍ਰੇਟਿਕ ਸਿਸਟਮ ਹੈਗਾ, ਇਹਦੇ ਵਿੱਚ ਡੈਮੋਕ੍ਰੇਸੀ ਦੇ ਹਿਸਾਬ ਨਾਲ ਜੇ ਅਸੀਂ ਕੰਮ ਕਰਾਂਗੇ ਤਾਂ ਹੀ ਅਸੀਂ ਕਾਮਯਾਬ ਹੋਵਾਂਗੇ, ਨਹੀਂ ਤਾਂ ਇੱਦਾਂ ਦੀਆਂ ਨਮੋਸ਼ੀਆਂ ਦਾ ਮੂੰਹ ਦੇਖਣਾ ਪਊਗਾ। ਸੋ ਇਹ ਸਨ ਬਚਿੱਤਰ ਸਿੰਘ ਦਰਦ, ਜਿਨ੍ਹਾਂ ਦੇ ਨਾਲ ਅਸੀਂ ਅੱਜ ਵਿਸ਼ੇਸ਼ ਗੱਲਬਾਤ ਕੀਤੀ ਹੈ, ਜੋ ਸਾਨੇਵਾਲ ਦੇ ਵਿੱਚ ਚਿਮਨੀ ਚੋਣਾਂ ਵੀ ਹੋਈਆਂ, ਉਸ ਦੇ ਰਿਲੇਟਡ ਵੀ ਜਿਹੜੀ ਅਸੀਂ ਗੱਲਬਾਤ ਕੀਤੀ ਹੈ। ਸੋ ਇਸੇ ਤਰ੍ਹਾਂ ਹੀ ਅਸੀਂ ਫਿਰ ਕਿਸੇ ਵਿਸ਼ੇਸ਼ ਪਰਸਨ ਦੇ ਨਾਲ ਤੁਹਾਡੀ ਫਿਰ ਮੁਲਾਕਾਤ ਕਰਵਾਵਾਂਗੇ। ਸੋ ਤਦ ਤੱਕ ਲਈ ਇਜਾਜ਼ਤ ਦਿਓ। ਮੈਂ ਤੁਹਾਡਾ ਆਪਣਾ ਰਿਪੋਰਟਰ ਰਿੰਕੂ ਗਰਚਾ ਔਰ ਕੈਮਰਾਮੈਨ ਸੰਦੀਪ ਦੇ ਨਾਲ।